ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਬਖਸ਼ੀ ਫਤਿਹ ਵਿੱਚ ਹਾਜ਼ਰੀ ਭਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਦੇ ਸਦਕਾ ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਵਿਚਾਰ ਕਰਦਿਆਂ ਸਤਿਗੁਰੂ ਜੀ ਦੀ ਰਹਿਮਤ ਦੇ ਸਦਕਾ ਸੋਹਲਾ ਸਾਹਿਬ ਦੀ ਬਾਣੀ ਤੱਕ ਆਪਾਂ ਪਹੁੰਚੇ ਹਾਂ। ਸੋਹਲਾ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦੇ ਹਾਂ। ਪਿਛਲੇ ਸਮਾਗਮਾਂ ਦੇ ਵਿੱਚ ਆਪਾਂ ਪਿਛਲੇ 2 ਸ਼ਬਦਾਂ ਦੀ ਵਿਚਾਰ ਕੀਤੀ ਹਾਲੇ ਤੱਕ। ਅੱਜ ਜਿਸ ਬਚਨ ਦੀ ਆਪਾਂ ਵਿਚਾਰ ਕਰਨੀ ਹੈ, ਧਨਾਸਰੀ ਰਾਗ ਦੇ ਅੰਦਰ ਹੈ ਔਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਹ ਬਚਨ ਹਨ। ਤੋ ਆਓ ਇਹਨਾਂ ਬਚਨਾਂ ਦੀ ਆਪਾਂ ਆਰੰਭਤਾ ਕਰਦੇ ਹਾਂ। ਵਿਚਾਰ ਆਰੰਭਣ ਤੋਂ ਪਹਿਲਾਂ ਜਿੰਨੇ ਵੀ ਆਪਾਂ ਜੁੜ ਬੈਠੇ ਹਾਂ, ਸੁਰਤ ਆਪਣੇ ਸਤਿਗੁਰਾਂ ਦੇ ਚਰਨਾਂ 'ਤੇ ਟਿਕਾਈਏ ਔਰ ਰਸਨਾ ਤੋਂ ਉਚਾਰਨ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹੱਲਾ ਪਹਿਲਾ। ਧਨਾਸਰੀ ਰਾਗ ਹੈ ਔਰ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਹ ਬਚਨ ਹਨ ਜੀ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਤੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹ ਜੋ ਬਚਨ ਕਰਦੇ ਹਨ, ਇਹ ਬਚਨ ਆਪਾਂ ਆਰਤੀ ਦੇ ਪਾਠ ਵਿੱਚ ਵੀ ਪੜ੍ਹਦੇ ਹਾਂ। ਧਨਾਸਰੀ ਰਾਗ ਦੇ ਅੰਦਰ ਜੋ ਆਉਂਦਾ ਹੈ, ਉਸ ਪਾਵਨ ਬਚਨ ਦੇ ਵਿੱਚ ਬਚਨ ਸਿਮਿਲਰ ਹੀ ਹੈ। ਬਚਨ ਬਿਲਕੁਲ ਇਹੀ ਹੈ, ਭਾਵ ਇਹੀ ਹੈ, ਬਸ ਥੋੜ੍ਹੀ ਜਿਹੀ ਭਿੰਨਤਾ ਉੱਥੇ ਮਿਲਦੀ ਹੈ। ਤੋ ਇਸ ਬਚਨ ਦੇ ਸੰਬੰਧ ਵਿੱਚ ਜੋ ਉਥਾਨਕਾ ਵੀ ਸਾਨੂੰ ਇਤਿਹਾਸ ਦੇ ਵਿੱਚੋਂ ਮਿਲਦੀ ਹੈ। ਉਥਾਨਕਾ ਦਾ ਅਰਥ ਹੁੰਦਾ ਹੈ ਕਿ ਜਿਸ ਸਮੇਂ ਜਿਸ ਜਗ੍ਹਾ 'ਤੇ ਸਤਿਗੁਰੂ ਜੀ ਨੇ ਇਹ ਬਾਣੀ ਉਚਾਰਨ ਕੀਤੀ। ਪਰ ਇਹ ਗੱਲ ਆਪਾਂ ਅਕਸਰ ਵਿਚਾਰਦੇ ਹਾਂ ਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਗੁਰੂ ਨਾਨਕ ਸਾਹਿਬ ਜੀ ਦੇ ਕਈ ਬਚਨ ਆਪਾਂ ਦੇਖਿਆ ਵੀ ਫਲਾਣੀ ਜਗ੍ਹਾ 'ਤੇ ਉਚਾਰੇ, ਫਲਾਣੇ ਨੂੰ ਪ੍ਰਥਾਏ ਹੋ ਕੇ ਮਹਾਰਾਜ ਨੇ ਉਚਾਰਨ ਕੀਤੇ। ਪਰ ਕਿਸੇ ਵੀ ਭਗਤ ਸਾਹਿਬ ਦੀ, ਗੁਰੂ ਸਾਹਿਬ ਦੀ ਬਾਣੀ ਜਿੱਥੇ ਮਰਜ਼ੀ ਉਚਾਰਨ ਕੀਤੀ ਗਈ ਹੋਵੇ, ਪਰ ਇੰਨੀ ਗੱਲ ਤੈਅ ਹੈ ਕਿ ਉਹ ਬਚਨ ਸਮੁੱਚੀ ਕਾਇਨਾਤ ਵਾਸਤੇ ਸਾਂਝੇ ਹੈ ਔਰ ਸਰਬਕਾਲੀ ਹਨ। ਹਰ ਸਮੇਂ ਵਿੱਚ, ਹਰ ਕਿਸੇ 'ਤੇ, ਹਰ ਜਗ੍ਹਾ 'ਤੇ ਉਹ ਬਚਨ ਢੁੱਕਦੇ ਹਨ। ਤੋ ਇਹ ਸ਼ਬਦ ਦੇ ਸੰਬੰਧ ਵਿੱਚ ਜੋ ਸਾਡੀ ਸਾਖੀ ਆਉਂਦੀ ਹੈ ਇਤਿਹਾਸ ਦੇ ਵਿੱਚ, ਉੱਥੇ ਸਤਿਗੁਰੂ ਜੀ ਜੋ ਬਖਸ਼ਿਸ਼ ਕਰਦੇ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਗਤ ਜਲੰਦੇ ਨੂੰ ਤਾਰਦੇ ਹੋਏ ਜਗਨਨਾਥਪੁਰੀ ਪਹੁੰਚੇ ਹਨ ਔਰ ਜਗਨਨਾਥਪੁਰੀ ਇਹ ਹਿੰਦੂ ਵੀਰਾਂ ਦਾ ਇੱਕ ਧਾਰਮਿਕ ਜੋ ਅਸਥਾਨ ਹੈ। ਜਗਨਨਾਥ ਮੰਦਰ ਜੋ ਹੈ ਉਹਦੇ ਸਾਹਮਣੇ ਸਤਿਗੁਰੂ ਜੀ ਬੈਠ ਜਾਂਦੇ ਹਨ। ਸਮਾਂ ਲੰਘਦਾ ਹੈ, ਸ਼ਾਮ ਹੋਈ, ਪੰਡਤ ਆਉਂਦੇ ਆ, ਬ੍ਰਾਹਮਣ ਪ੍ਰੋਹਿਤ ਆਉਂਦੇ ਆ ਔਰ ਮੰਦਰ ਦੇ ਵਿੱਚ ਪ੍ਰਵੇਸ਼ ਕਰਦੇ ਆ। ਆਰਤੀ ਦਾ ਸਮਾਂ ਹੋ ਗਿਆ, ਹੱਥ ਵਿੱਚ ਉਹਨਾਂ ਨੇ ਥਾਲ ਪਕੜ ਲਿਆ, 2 ਦੀਵੇ ਵਿੱਚ ਰੱਖੇ ਹਨ, ਮੋਤੀ ਰੱਖੇ ਹਨ, ਧੂਫ ਬੱਤੀ ਕਰ ਰਹੇ ਹਨ, ਚੌਰ ਹੋ ਰਹੀ ਹੈ, ਨਗਾਰੇ ਵੱਜ ਰਹੇ ਹਨ, ਥਾਲ ਵਿੱਚ ਮੋਤੀ ਰੱਖੇ ਹੋਏ ਹਨ, ਫੁੱਲ ਰੱਖੇ ਹੋਏ ਹਨ
ਤੋ ਇਸ ਪ੍ਰਕਾਰ ਉਹਨਾਂ ਨੇ ਆਰਤੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਹ ਆਪਣੇ ਦੇਵੀ ਦੇਵਤਿਆਂ ਦੀ ਆਰਤੀ ਉਤਾਰ ਰਹੇ ਨੇ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੈਠੇ ਰਹੇ। ਆਰਤੀ ਸਮਾਪਤ ਹੋਈ ਤੇ ਪੰਡਤ ਤੇ ਬ੍ਰਾਹਮਣ ਧੰਨ ਗੁਰੂ ਨਾਨਕ ਸਾਹਿਬ ਜੀ ਕੋਲ ਪਹੁੰਚੇ ਔਰ ਕੋਲ ਆ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗੇ ਵੀ ਭਾਈ, ਦੇਖਣ ਨੂੰ ਤੁਸੀਂ ਸਾਧੂ ਲੱਗਦੇ ਹੋ, ਕੱਪੜੇ ਤੁਹਾਡੇ ਸਾਧੂਆਂ ਵਰਗੇ ਪਾਏ ਹਨ, ਪਰ ਕੰਮ ਤੁਹਾਡੇ ਸਾਧੂਆਂ ਵਰਗੇ ਨਹੀਂ। ਗੁਰੂ ਸਾਹਿਬ ਕਹਿੰਦੇ ਭਾਈ ਕੀ ਗੱਲ ਹੋ ਗਈ, ਗੁੱਸਾ ਕਰਦੇ ਪਏ ਜੇ? ਉਹ ਕਹਿੰਦੇ ਗੱਲ ਕੀ ਹੋਈ, ਤੁਹਾਨੂੰ ਮਰਿਆਦਾ ਨਹੀਂ ਪਤਾ? ਆਰਤੀ ਹੋ ਰਹੀ ਹੋਵੇ ਤੇ ਤੁਸੀਂ ਬੈਠੇ ਜੇ, ਬੈਠ ਕੇ ਤੁਹਾਨੂੰ ਇਹ ਪਤਾ ਨਹੀਂ ਵੀ ਮਰਿਆਦਾ ਵੀ ਆਰਤੀ ਵਿੱਚ ਖੜੇ ਹੋ ਕੇ ਸ਼ਾਮਲ ਹੋਣਾ ਹੁੰਦਾ। ਤੁਸੀਂ ਆਰਤੀ ਚੱਲਦਿਆਂ ਵੀ ਥੱਲੇ ਬੈਠੇ ਰਹੇ, ਤੁਸੀਂ ਆਰਤੀ ਦੀ ਬੇਅਦਬੀ ਕੀਤੀ ਹੈ, ਤੁਸੀਂ ਸ਼ਾਮਲ ਕਿਉਂ ਨਹੀਂ ਹੋਏ? ਤੇ ਗੁਰੂ ਨਾਨਕ ਸਾਹਿਬ ਮੁਸਕਰਾ ਕੇ ਕਹਿਣ ਲੱਗੇ, ਕਹਿੰਦੇ ਆ ਜਿਹਨੂੰ ਤੁਸੀਂ ਆਰਤੀ ਸਮਝੀ ਬੈਠੇ ਹੋ, ਇਹ ਅਸਲ ਆਰਤੀ ਨਹੀਂ। ਅਸਲ ਆਰਤੀ ਤਾਂ ਪੂਰੀ ਕਾਇਨਾਤ ਦੇ ਵਿੱਚ ਹੋ ਰਹੀ ਹੈ ਤੇ ਮੇਰਾ ਹਰ ਪਲ ਉਸੇ ਆਰਤੀ 'ਚ ਹੀ ਧਿਆਨ ਟਿਕਿਆ ਰਹਿੰਦਾ। ਜੇ ਆਰਤੀ ਚੱਲ ਰਹੀ ਹੈ ਉਹਦੇ 'ਚ ਅਸੀਂ ਸ਼ਾਮਲ ਨਹੀਂ ਹੁੰਦੇ, ਤੁਸੀਂ ਕਹਿੰਦੇ ਇਹ ਬੇਅਦਬੀ ਹੁੰਦੀ ਹੈ। ਤੇ ਮੈਂ ਕਹਿੰਦਾ ਬੇਅਦਬੀ ਤੁਸੀਂ ਕਰਦੇ ਪਏ ਜੇ। ਇੱਕ ਆਰਤੀ ਪੂਰੀ ਕਾਇਨਾਤ ਵਿੱਚ ਹੋ ਰਹੀ ਹੈ, ਮੈਂ ਤਾਂ ਉਹਦੇ ਵਿੱਚ ਸੁਰਤ ਜੋੜੀ ਹੋਈ ਹੈ, ਤੁਹਾਡੀ ਤਾਂ ਸੁਰਤ ਜੁੜੀ ਨਹੀਂ ਉੱਥੇ, ਤੁਸੀਂ ਉੱਥੇ ਦਾ ਧਿਆਨ ਲਾ ਨਹੀਂ ਰਹੇ। ਤੇ ਉੱਥੋਂ ਉਸ ਅਸਲ ਆਰਤੀ ਤੋਂ ਧਿਆਨ ਤੋੜ ਕੇ ਤੁਸੀਂ ਦੱਸੋ ਬੇਅਦਬੀ ਨਹੀਂ ਕਰ ਰਹੇ? ਉਹ ਪੰਡਤ ਕਹਿਣ ਲੱਗੇ ਵੀ ਕਮਾਲ ਹੋ ਗਈ, ਤੁਸੀਂ ਕਿਹੜੀ ਆਰਤੀ ਦੀ ਗੱਲ ਕਰਦੇ ਪਏ ਜੇ? ਤੇ ਉਸ ਵਕਤ ਗੁਰੂ ਨਾਨਕ ਸਾਹਿਬ ਜੀ ਨੇ ਅਸਲ ਆਰਤੀ ਨੂੰ ਸਮਝਾਉਣ ਗੋਚਰੇ। ਮਹਾਰਾਜ ਨੇ ਫਿਰ ਇਹ ਬਚਨ ਉਚਾਰਨ ਕੀਤੇ। ਸਤਿਗੁਰੂ ਜੀ ਕਹਿੰਦੇ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਕਿਉਂਕਿ ਆਰਤੀ ਉਤਾਰਨ ਦੇ ਵਾਸਤੇ ਉਹ ਕੀ ਕਰਦੇ ਸੀ, ਇੱਕ ਥਾਲ ਲੈਂਦੇ ਨੇ, ਉਹਦੇ ਵਿੱਚ ਦੀਵੇ ਰੱਖਦੇ ਹੈ, ਫਿਰ ਫੁੱਲ ਹੁੰਦੇ ਹੈ, ਥਾਲ ਵਿੱਚ ਮੋਤੀ ਰੱਖੇ ਹੁੰਦੇ ਆ, ਉਹ ਧੂਫ ਬੱਤੀ ਕਰਦੇ ਨੇ, ਚੌਰ ਕਰ ਰਹੇ ਹੁੰਦੇ ਨੇ, ਫਿਰ ਉਹ ਨਗਾਰੇ ਵਜਾਉਂਦੇ ਨੇ। ਤਾਂ ਇਹ ਸਾਰੀ ਕਿਰਿਆ ਕਰਦੇ ਨੇ ਨਾ। ਤਾਂ ਮਹਾਰਾਜ ਕਹਿੰਦੇ ਆਓ ਮੈਂ ਤੁਹਾਨੂੰ ਦੱਸਾਂ, ਕੁਦਰਤ ਦੇ ਵਿੱਚ ਇੱਕ ਆਰਤੀ ਹੋ ਰਹੀ ਹੈ। ਗਗਨ ਮੈਂ ਥਾਲ, ਇੱਥੇ ਗਗਨ ਮੈਂ ਨਹੀਂ ਬੋਲਣਾ, ਉੱਤੇ ਬਿੰਦੀ ਨਹੀਂ ਲਾਉਣੀ, ਕਿਉਂਕਿ ਇੱਥੇ ਮੈਂ ਦਾ ਅਰਥ ਹੈ ਸਰੂਪ। ਗਗਨ ਮੈਂ, ਗਗਨ ਸਰੂਪ, ਗਗਨ ਰੂਪੀ ਥਾਲ। ਮਹਾਰਾਜ ਕਹਿੰਦੇ ਗਗਨ ਰੂਪੀ ਥਾਲ ਹੈ। ਰਵ ਭਾਵ ਸੂਰਜ, ਚੰਦ ਚੰਦਰਮਾ, ਰਵ ਚੰਦ ਦੀਪਕ ਬਣੇ। ਥਾਲ ਕੀ ਹੈ? ਇਹ ਆਕਾਸ਼ ਹੀ ਮਾਨੋ ਥਾਲ ਹੈ। ਔਰ ਇਸ ਆਕਾਸ਼ ਰੂਪੀ ਥਾਲ ਦੇ ਵਿੱਚ ਮਹਾਰਾਜ ਕਹਿੰਦੇ ਸੂਰਜ ਤੇ ਚੰਦਰਮਾ ਦੋ ਦੀਵੇ ਹਨ, ਤਾਰਿਕਾ ਮੰਡਲ ਜਨਕ ਮੋਤੀ। ਤੇ ਜਿਹੜੇ ਤੁਸੀਂ ਮੋਤੀ ਰੱਖਦੇ ਹੋ, ਇਸ ਆਕਾਸ਼ ਦੇ ਵਿੱਚ ਜਿੰਨੇ ਤਾਰਿਆਂ ਦਾ ਮੰਡਲ ਹੈ, ਇਹ ਤਾਰੇ ਹਨ, ਇਹ ਮੋਤੀਆਂ ਦਾ ਕੰਮ ਕਰ ਰਹੇ ਹਨ। ਮਹਾਰਾਜ ਕਹਿੰਦੇ ਆਹ ਦੇਖੋ ਆਰਤੀ ਹੋ ਰਹੀ ਹੈ। ਮਹਾਰਾਜ ਕਹਿੰਦੇ ਆਕਾਸ਼ ਰੂਪੀ ਥਾਲ ਹੈ, ਉਹਦੇ ਵਿੱਚ ਸੂਰਜ ਚੰਦਰਮਾ ਦੀਵੇ ਹਨ ਤੇ ਤਾਰਿਆਂ ਦਾ ਮੰਡਲ ਮੋਤੀਆਂ ਦਾ ਕੰਮ ਕਰ ਰਿਹਾ ਹੈ। ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਰ ਬਨ ਰਾਏ ਫੁਲੰਤ ਜੋਤੀ। ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਹੁਣ ਮਹਾਰਾਜ ਕਹਿੰਦੇ ਤੁਸੀਂ ਧੂਫ ਬੱਤੀ ਕਰ ਰਹੇ ਹੋ। ਆਓ ਦੱਸਾਂ ਕੁਦਰਤ 'ਚ ਧੂਫ ਬੱਤੀ ਕਿਵੇਂ ਹੁੰਦੀ ਆ। ਮਹਾਰਾਜ ਕਹਿੰਦੇ ਮਲੈ ਪਹਾੜ ਤੋਂ ਜਿਹੜੀ ਸੁਗੰਧੀ ਆ ਰਹੀ ਹੈ ਨਾ, ਕਿਉਂਕਿ ਮਲੈ ਪਹਾੜ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਉੱਥੇ ਚੰਦਨ ਦੇ ਬੂਟੇ ਬਹੁਤ ਉੱਗੇ ਹੁੰਦੇ ਆ, ਇਸ ਕਰਕੇ ਜਦੋਂ ਉੱਧਰੋਂ ਹਵਾ ਆਉਂਦੀ ਹੈ ਉਹ ਸੁਗੰਧੀ ਵਾਲੀ ਆਉਂਦੀ ਹੈ। ਮਹਾਰਾਜ ਕਹਿੰਦੇ ਉੱਧਰੋਂ ਜਿਹੜੀ ਹਵਾ ਆ ਰਹੀ ਆ ਮਲੈ ਪਰਬਤ ਤੋਂ, ਉਹ ਸੁਗੰਧੀ ਵਾਲੀ ਆਉਂਦੀ, ਉਹ ਧੂਫ ਦਾ ਕੰਮ ਕਰ ਰਹੀ ਹੈ। ਪਵਨ ਚਵਰੋ ਕਰੇ, ਤੇ ਜਿਹੜੀ ਹਵਾ ਹੈ ਇਹ ਮਾਨੋ ਚੌਰ ਹੈ, ਇਹ ਚੌਰ ਦਾ ਕੰਮ ਦੇ ਰਹੀ ਹੈ। ਸਗਲ ਬਨ ਰਾਏ ਫੁਲੰਤ ਜੋਤੀ। ਮਹਾਰਾਜ ਕਹਿੰਦੇ ਆ ਜਿੰਨੀ ਵੀ ਬਨਸਪਤੀ ਇਸ ਧਰਤੀ 'ਤੇ ਦੇਖਦੇ ਹੋ, ਇਹ ਫੁੱਲਾਂ ਦਾ ਕੰਮ ਕਰ ਰਹੀ ਹੈ। ਉਸ ਜੋਤ ਰੂਪ ਪਰਮਾਤਮਾ ਦੀ ਜੋ ਆਰਤੀ ਹੋ ਰਹੀ ਹੈ ਨਾ, ਉਹਦੇ ਵਾਸਤੇ ਇਹ ਬਨਸਪਤੀ ਫੁੱਲਾਂ ਦਾ ਕੰਮ ਦੇ ਰਹੀ ਹੈ ਜੀ। ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ। ਕੈਸੀ ਆਰਤੀ ਹੋਏ, ਹੁਣ ਇੱਥੇ ਈੜੀ ਨੂੰ ਸਿਹਾਰੀ ਹੈ। ਜਦੋਂ ਇਹ ਲਘੂ ਮਾਤਰਾ ਹੋਵੇ ਉਦੋਂ ਉਸ ਤੋਂ ਪਿਛਲਾ ਜਿਹੜਾ ਅੱਖਰ ਹੈ ਉਹਨੂੰ ਲੰਬਾ ਕਰ ਦਈਦਾ। ਇਹ ਫਿਰ ਜਿਹੜੀ ਲਘੂ ਮਾਤਰਾ ਆਪਣੇ ਆਪ ਉਹਦਾ ਸ਼ੁੱਧ ਉਚਾਰਨ ਹੁੰਦਾ ਹੈ। ਲਘੂ ਮਾਤਰਾ ਤੋਂ ਭਾਵ ਜਿਹਦਾ ਆਪਾਂ ਉਚਾਰਨ ਬਸ ਛੋਟਾ ਕਰਨਾ ਹੈ। ਜੇ ਆਪਾਂ ਹੋਏ ਬੋਲਾਂਗੇ ਤਾਂ ਈੜੀ ਨੂੰ ਲਾਂ ਲੱਗ ਜਾਣੀ ਹੈ, ਇਸ ਕਰਕੇ ਹੋਏ ਕਰਕੇ ਪੜਾਂਗੇ। ਕੈਸੀ ਆਰਤੀ ਹੋਏ। ਮਹਾਰਾਜ ਕਹਿੰਦੇ ਵੇਖੋ ਕੈਸੀ ਅਸਚਰਜ ਆਰਤੀ ਹੋ ਰਹੀ ਹੈ, ਕੈਸੀ ਕਮਾਲ ਦੀ ਆਰਤੀ ਇਸ ਕੁਦਰਤ ਵਿੱਚ ਹੋ ਰਹੀ ਹੈ। ਮਹਾਰਾਜ ਕਹਿੰਦੇ ਤੁਸੀਂ ਤਾਂ ਇੱਕ ਮੂਰਤੀ ਦੀ ਆਰਤੀ ਉਤਾਰ ਰਹੇ ਹੋ ਨਾ, ਥਾਲ ਫੜ ਕੇ ਵਿੱਚ ਦੀਵੇ ਰੱਖ ਕੇ, ਪਰ ਦੇਖੋ ਕੁਦਰਤ ਪਰਮਾਤਮਾ ਦੀ ਆਰਤੀ ਉਤਾਰ ਰਹੀ ਹੈ। ਇੱਥੇ ਆਕਾਸ਼ ਦੇ ਵਿੱਚ ਦੋ ਦੀਵੇ ਸੂਰਜ ਤੇ ਚੰਦਰਮਾ ਰੂਪੀ
ਔਰ ਉਸ ਆਕਾਸ਼ ਦੇ ਵਿੱਚ ਤਾਰੇ ਮੰਨ ਲਓ ਮੋਤੀਆਂ ਦਾ ਕੰਮ ਕਰ ਰਹੇ ਹਨ, ਹਵਾ ਚੌਰ ਦਾ ਕੰਮ ਕਰ ਰਹੀ ਹੈ, ਮਲੈ ਪਰਬਤ ਤੋਂ ਆ ਰਹੀ ਸੁਗੰਧੀ ਧੂਫ ਦਾ ਕੰਮ ਦੇ ਰਹੀ ਹੈ, ਸਾਰੀ ਬਨਸਪਤੀ ਫੁੱਲਾਂ ਦਾ ਕੰਮ ਦੇ ਰਹੀ ਹੈ। ਇਹ ਸਾਰਾ ਬ੍ਰਹਿਮੰਡ, ਸਾਰੀ ਸ੍ਰਿਸ਼ਟੀ ਜੋ ਹੈ, ਇਹ ਕੁਦਰਤ ਜੋ ਹੈ ਉਸ ਪਰਮਾਤਮਾ ਦੀ ਲਗਾਤਾਰ ਉਤਾਰ ਰਹੀ ਹੈ, ਆਰਤੀ ਉਤਾਰ ਰਹੀ ਹੈ। ਮਹਾਰਾਜ ਕਹਿੰਦੇ ਕੈਸੀ ਆਰਤੀ ਹੋਏ, ਕੈਸੀ ਅਸਚਰਜ ਆਰਤੀ ਜਿਹੜੀ ਉਸ ਪਰਮਾਤਮਾ ਦੀ ਹੋ ਰਹੀ ਹੈ ਜੀ। ਅਨਹਤਾ ਸ਼ਬਦ ਭਵ ਖੰਡਣਾ ਤੇਰੀ ਆਰਤੀ। ਭਵ ਖੰਡਣਾ ਤੇਰੀ ਆਰਤੀ। ਮਹਾਰਾਜ ਕਹਿੰਦੇ ਇਹ ਜੰਮਣ ਤੇ ਮਰਨ ਕੱਟਣ ਵਾਲੇ, ਭਾਵ ਜੰਮਣ ਤੇ ਮਰਨ, ਖੰਡਣਾ ਭਾਵ ਕੱਟਣ ਵਾਲੇ, ਇਹ ਜੰਮਣ ਤੇ ਮਰਨ ਤੋਂ ਬਚਾਉਣ ਵਾਲੇ ਪਰਮਾਤਮਾ ਜੀ, ਇਹ ਤੇਰੀ ਆਰਤੀ ਹੋ ਰਹੀ ਹੈ, ਕਮਾਲ ਦੀ ਆਰਤੀ ਹੋ ਰਹੀ ਹੈ ਜੀ। ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਅਨਹਤਾ ਸ਼ਬਦ ਵਾਜੰਤ ਭੇਰੀ। ਮਹਾਰਾਜ ਕਹਿੰਦੇ ਹੁਣ ਜਿਹੜੇ ਤੁਸੀਂ ਨਗਾਰੇ ਵਜਾਉਂਦੇ ਹੋ, ਹੁਣ ਨਗਾਰਿਆਂ ਦਾ ਕੰਮ ਕੌਣ ਦੇ ਰਿਹਾ? ਮਹਾਰਾਜ ਕਹਿੰਦੇ ਜਿਹੜਾ ਅਨਹਤ ਸ਼ਬਦ ਵੱਜ ਰਿਹਾ। ਹੁਣ ਦੋ ਤਰ੍ਹਾਂ ਦੇ ਸ਼ਬਦ ਹੁੰਦੇ ਆ ਸਾਧ ਸੰਗਤ। ਇੱਕ ਉਹ ਆਵਾਜ਼ ਆ ਜਿਹੜੀ ਵਜਾਇਆਂ ਵੱਜਦੀ ਹੈ, ਜਿਵੇਂ ਆਪਾਂ ਹੱਥ ਦੇ ਨਾਲ ਹੱਥ ਮਾਰਾਂਗੇ ਤਾੜੀ ਫਿਰ ਵੱਜਦੀ ਆ ਨਾ, ਆਵਾਜ਼ ਆ ਗਈ। ਪੱਥਰ ਨਾਲ ਪੱਥਰ ਮਾਰਾਂਗੇ ਆਵਾਜ਼ ਨਿਕਲਦੀ ਹੈ। ਲੋਹੇ ਨੂੰ ਲੋਹੇ ਨਾਲ ਟਕਰਾਵਾਂਗੇ, ਧਾਤ ਨੂੰ ਧਾਤ ਨਾਲ ਟਕਰਾਵਾਂਗੇ, ਆਵਾਜ਼ ਨਿਕਲਦੀ ਹੈ। ਹਵਾ ਪਹਾੜਾਂ 'ਤੇ ਵੱਜਦੀ, ਆਵਾਜ਼ ਆਉਂਦੀ ਹੈ। ਪਾਣੀ ਪੱਥਰ ਨਾਲ ਵੱਜਦਾ, ਆਵਾਜ਼ ਆਉਂਦੀ ਹੈ। ਇਸੇ ਤਰ੍ਹਾਂ ਜਦੋਂ ਫੂਕ ਵੱਜਦੀ ਆ, ਹਾਰਮੋਨੀਅਮ ਆਪਾਂ ਵਜਾਉਂਦੇ ਆ, ਉਹ ਫੂਕ ਨਾਲ ਵੱਜਣ ਵਾਲੇ ਸਾਜ਼ ਆ, ਕੋਈ ਤੰਤੀ ਸਾਜ਼ ਹੁੰਦੇ ਆ। ਇਹ ਉਹ ਆਵਾਜ਼ ਹੈ ਜਿਹੜੀ ਵਜਾਇਆਂ ਵੱਜ ਰਹੀ ਹੈ। ਪਰ ਮਹਾਰਾਜ ਕਹਿੰਦੇ ਇੱਕ ਐਸੀ ਆਵਾਜ਼ ਇਸ ਕੁਦਰਤ ਦੇ ਵਿੱਚ ਲਗਾਤਾਰ ਆ ਰਹੀ ਹੈ ਜਿਹੜੀ ਵਜਾਇਆਂ ਨਹੀਂ ਆ ਰਹੀ, ਜਿਹੜੀ ਸਿੱਧੀ ਪਰਮਾਤਮਾ ਤੋਂ ਆ ਰਹੀ ਹੈ। ਅਤੇ ਜਿਵੇਂ ਜਿਵੇਂ ਮਨੁੱਖ ਵਾਹਿਗੁਰੂ ਜੀ ਦਾ ਨਾਮ ਜਪਦਾ ਹੈ, ਉਹਦੀ ਸੁਰਤ ਉੱਚੀ ਉੱਠਦੀ ਹੈ। ਕਿਉਂਕਿ ਇਹ ਸਵਾਲ ਉੱਠਦਾ ਨਾ ਵੀ ਉਹ ਆਵਾਜ਼ ਲਗਾਤਾਰ ਚੱਲ ਰਹੀ, ਸਾਨੂੰ ਸੁਣ ਤਾਂ ਰਹੀ ਨਹੀਂ। ਹੁਣ ਸਾਡੀ ਸੁਰਤ ਨੀਵੀਂ ਹੈ, ਪਦਾਰਥ ਨੀਵੇਂ ਹਨ, ਅਤੇ ਸਾਡੀ ਸੁਰਤ ਨੀਵੀਂ ਹੈ, ਪਦਾਰਥਾਂ 'ਤੇ ਖੜੀ ਹੈ। ਇਸ ਕਰਕੇ ਪਦਾਰਥਾਂ ਦੀ ਆਵਾਜ਼ ਤਾਂ ਸਾਨੂੰ ਸੁਣ ਜਾਂਦੀ ਹੈ। ਪੱਥਰ ਨਾਲ ਪੱਥਰ ਵੱਜੇਗਾ, ਸੁਣ ਜਾਏਗਾ, ਕਿਉਂਕਿ ਸੁਰਤ ਨੀਵੀਂ ਹੈ ਨਾ। ਲੋਹੇ ਨਾਲ ਲੋਹਾ ਵੱਜੇਗਾ, ਆਵਾਜ਼ ਸੁਣ ਜਾਂਦੀ ਹੈ, ਕਿਉਂਕਿ ਸੁਰਤ ਨੀਵੀਂ ਹੈ। ਪਰ ਜਦੋਂ ਸੁਰਤ ਉੱਪਰ ਉੱਠੇਗੀ, ਕਿਉਂਕਿ ਉਹ ਅਨਹਦ ਸ਼ਬਦ, ਉਹ ਅਵਸਥਾ ਬੜੀ ਉੱਚੀ ਹੈ ਨਾ, ਉਹ ਲੈਵਲ ਬੜਾ ਉੱਚਾ ਹੈ। ਜਦੋਂ ਸੁਰਤ ਉੱਪਰ ਉੱਠ ਗਈ, ਫਿਰ ਉਸ ਦਿਨ ਉਸ ਆਵਾਜ਼ ਦਾ ਵੀ ਅਹਿਸਾਸ ਹੋ ਜਾਂਦਾ ਹੈ, ਜਿਹੜੀ ਆਵਾਜ਼ ਬਿਨਾਂ ਵਜਾਇਆਂ ਆ ਰਹੀ ਹੈ ਔਰ ਜਿਹੜੀ ਪਰਮਾਤਮਾ ਵੱਲੋਂ ਆ ਰਹੀ ਹੈ। ਮਹਾਰਾਜ ਕਹਿੰਦੇ ਅਨਹਤਾ ਸ਼ਬਦ, ਜਿਹੜਾ ਉਹ ਅਨਹਤ ਸ਼ਬਦ ਜਿਹੜਾ ਬਿਨਾਂ ਵਜਾਇਆਂ ਵੱਜ ਰਿਹਾ ਹੈ, ਜਿਹੜੀ ਲਗਾਤਾਰ ਇੱਕ ਜੀਵਨ ਰੌਂ ਚੱਲ ਰਹੀ ਹੈ, ਜਿਹੜੀ ਆਵਾਜ਼ ਲਗਾਤਾਰ ਪਰਮਾਤਮਾ ਤੋਂ ਆ ਰਹੀ ਹੈ, ਮਹਾਰਾਜ ਕਹਿੰਦੇ ਉਹ ਨਗਾਰਿਆਂ ਦਾ ਕੰਮ ਦੇ ਰਹੀ ਹੈ। ਉਹ ਅਨਹਤ ਸ਼ਬਦ ਹੀ ਮਾਨੋ ਉਸ ਵਾਹਿਗੁਰੂ ਦੀ ਆਰਤੀ ਉਤਾਰਨ ਵਾਸਤੇ ਨਗਾਰੇ ਵੱਜ ਰਹੇ ਹਨ। ਇਹ ਰਹਾਉ ਦੇ ਬਚਨ ਹਨ। ਇੱਥੇ ਮਹਾਰਾਜ ਠਹਿਰਾਓ ਦੇ ਕੇ ਬਖਸ਼ਿਸ਼ ਕਰਦੇ ਹਨ ਔਰ ਇਸ ਪੂਰੇ ਸ਼ਬਦ ਦਾ ਕੇਂਦਰੀ ਭਾਵ ਰਹਾਉ ਦੀਆਂ ਤੁਕਾਂ ਹੁੰਦੀਆਂ। ਅਤੇ ਇਸ ਸ਼ਬਦ ਦੇ ਵਿੱਚ ਮਹਾਰਾਜ ਇਹੀ ਕੇਂਦਰੀ ਭਾਵ ਸਮਝਾਉਣਾ ਚਾਹੁੰਦੇ ਨੇ, ਭਾਈ ਆਪਣੀ ਸੁਰਤ ਉੱਪਰ ਨੂੰ ਚੱਕੋ। ਜਿੱਦਣ ਸੁਰਤ ਉੱਪਰ ਉੱਠ ਗਈ, ਇਹ ਸਾਰੀ ਕੁਦਰਤ ਦੇ ਵਿੱਚ ਜੋ ਕਿਰਿਆ ਹੋ ਰਹੀ ਹੈ ਨਾ ਸਾਧ ਸੰਗਤ, ਇਹ ਸਾਨੂੰ ਇੰਝ ਜਾਪੇਗਾ ਜਿਵੇਂ ਪਰਮਾਤਮਾ ਦੀ ਆਰਤੀ ਹੋ ਰਹੀ ਹੈ। ਸਾਰੀ ਕੁਦਰਤ ਇੱਕ ਪਰਮਾਤਮਾ ਦੀ ਸੇਵਾ ਵਿੱਚ ਜੁੜੀ ਹੋਈ ਹੈ। ਇਸ ਕਰਕੇ ਇਹ ਪੂਰਾ ਸ਼ਬਦ ਦਾ ਜਿਹੜਾ ਇਹ ਸੈਂਟਰਲ ਆਈਡੀਆ ਹੈ, ਮਹਾਰਾਜ ਜੀ ਠਹਿਰਾਓ ਦੇ ਕੇ ਬਖਸ਼ਿਸ਼ ਕਰਦੇ ਹਨ ਜੀ। ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕੋ, ਸਹਸ ਮੂਰਤ ਨਨਾ ਏਕ ਤੋਹੀ। ਇਹ ਬਚਨ ਸਮਝਣ ਲਈ ਸਾਧ ਸੰਗਤ ਇੱਕ ਗੱਲ ਸਮਝਿਓ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਪਰਮਾਤਮਾ ਦੇ ਦੋ ਸਰੂਪ ਦੱਸੇ ਹਨ। ਇੱਕ ਨਿਰਗੁਣ ਸਰੂਪ, ਇੱਕ ਸਰਗੁਣ ਸਰੂਪ। ਨਿਰਗੁਣ ਤੋਂ ਭਾਵ ਜਿਹੜਾ ਮਾਇਆ ਦੇ 3 ਗੁਣਾਂ ਤੋਂ ਰਹਿਤ ਹੈ, ਜਿਹੜਾ ਆਕਾਰ ਤੋਂ ਰਹਿਤ ਹੈ। ਅਤੇ ਸਰਗੁਣ ਸਰੂਪ ਭਾਵ ਮਾਇਆ ਦੇ 3 ਗੁਣਾਂ 'ਚ ਆ ਜਾਂਦਾ ਹੈ, ਭਾਵ ਆਕਾਰ ਵਾਲਾ। ਤੋ ਇਹ ਦੋਨੋਂ ਪਰਮਾਤਮਾ ਦੇ ਸਰੂਪ ਹਨ, ਆਕਾਰ 'ਚ ਵੀ ਅਤੇ ਆਕਾਰ ਤੋਂ ਰਹਿਤ ਵੀ। ਹੁਣ ਇਹ ਕਿਵੇਂ? ਮਹਾਰਾਜ ਕਹਿੰਦੇ ਸਹਿਸ ਤਵ ਨੈਣ। ਸਹਿਸ ਦਾ ਅਰਥ ਹੁੰਦਾ ਹੈ ਹਜ਼ਾਰਾਂ ਹੀ। ਮਹਾਰਾਜ ਕਹਿੰਦੇ ਪਰਮਾਤਮਾ ਜੀ, ਜੇ ਤੁਹਾਡੇ ਸਰਗੁਣ ਸਰੂਪ ਦੀ ਗੱਲ ਕਰੀਏ ਤਾਂ ਸਹਿਸ ਤਵ ਨੈਣ, ਤੇਰੀਆਂ ਹਜ਼ਾਰਾਂ ਹੀ ਅੱਖਾਂ ਹਨ। ਕਿਉਂਕਿ ਇਸ ਸੰਸਾਰ ਦੇ ਅੰਦਰ ਜਿੰਨੇ ਜੀਵ ਹਨ, ਇਹਨਾਂ ਸਾਰੇ ਜੀਵਾਂ ਦੀਆਂ ਜੋ ਅੱਖਾਂ ਹਨ, ਉਹ ਤੇਰੀਆਂ ਹੀ ਤਾਂ ਅੱਖਾਂ ਹਨ। ਇਸ ਕਰਕੇ ਵਾਹਿਗੁਰੂ ਜੀ, ਜੇ ਸਰਗੁਣ ਸਰੂਪ ਦੀ ਗੱਲ ਕਰੀਏ ਤਾਂ ਤੇਰੀਆਂ ਹਜ਼ਾਰਾਂ ਹੀ ਅੱਖਾਂ ਨੇ, ਅਤੇ ਜੇ ਨਿਰਗੁਣ ਸਰੂਪ ਦੀ ਗੱਲ ਕਰੀਏ ਤਾਂ ਤੇਰੀ ਕੋਈ ਅੱਖ ਨਹੀਂ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਉ। ਜੇ ਨਿਰਗੁਣ ਸਰੂਪ ਦੀ ਗੱਲ ਕਰੀਏ, ਤੇਰੀ ਕੋਈ ਅੱਖ ਨਹੀਂ, ਤੇਰੇ ਕੋਈ ਨੈਣ ਨਹੀਂ। ਸਹਿਸ ਮੂਰਤ ਨਣਾ ਏਕ ਤੋਹੀ। ਮਹਾਰਾਜ ਕਹਿੰਦੇ ਜੇ ਸਰਗੁਣ ਸਰੂਪ ਦੀ ਗੱਲ ਕਰੀਏ ਤਾਂ ਵਾਹਿਗੁਰੂ ਜੀ
ਤੇਰੀਆਂ ਹਜ਼ਾਰਾਂ ਹੀ ਸ਼ਕਲਾਂ ਹਨ, ਕਿਉਂਕਿ ਇਸ ਸੰਸਾਰ ਦੇ ਅੰਦਰ ਜਿੰਨੇ ਜੀਵ ਹਨ ਤੇ ਉਹਨਾਂ ਜੀਵਾਂ ਦੀਆਂ ਸ਼ਕਲਾਂ ਤੇਰੀਆਂ ਹੀ ਸ਼ਕਲਾਂ ਨੇ, ਕਿਉਂਕਿ ਇਹ ਕੁਦਰਤ ਤੇਰਾ ਸਰਗੁਣ ਸਰੂਪ ਹੈ, ਇਹ ਜਗਤ ਤੇਰਾ ਸਰਗੁਣ ਸਰੂਪ ਹੈ। ਇਸ ਕਰਕੇ ਇਸ ਕੁਦਰਤ ਦੇ ਵਿੱਚ ਜੋ ਵੀ ਜੀਵ ਹਨ ਉਹਨਾਂ ਦੀਆਂ ਸ਼ਕਲਾਂ ਵਾਹਿਗੁਰੂ ਤੇਰੀਆਂ ਹੀ ਸ਼ਕਲਾਂ ਹਨ। ਤੇ ਨਿਰਗੁਣ ਸਰੂਪ ਦੀ ਗੱਲ ਕਰੀਏ ਤਾਂ ਤੇਰੀ ਕੋਈ ਸ਼ਕਲ ਨਹੀਂ ਹੈ। ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਸ ਤਵ ਗੰਧ ਇਵ ਚਲਤ ਮੋਹੀ। ਇਸ ਪੰਕਤੀ ਦੇ ਵਿੱਚ ਵਿਸ਼ਰਾਮ ਦਾ ਬੜਾ ਧਿਆਨ ਦੇਣਾ ਹੈ। ਸਹਸ ਪਦ ਬਿਮਲ, ਬਿਮਲ ਦਾ ਮਤਲਬ ਬੜੇ ਸੋਹਣੇ। ਵਾਹਿਗੁਰੂ ਜੀ ਸਰਗੁਣ ਸਰੂਪ ਦੀ ਗੱਲ ਕਰੀਏ ਤਾਂ ਤੇਰੇ ਹਜ਼ਾਰਾਂ ਹੀ ਸੋਹਣੇ ਪੈਰ ਹਨ। ਪਦ ਦਾ ਅਰਥ ਹੈ ਪੈਰ, ਕਿਉਂਕਿ ਜੀਵਾਂ ਦੇ ਪੈਰ ਤੇਰੇ ਹੀ ਪੈਰ ਨੇ। ਸਰਗੁਣ ਸਰੂਪ ਦੀ ਗੱਲ ਕਰੀਏ ਤੇਰੇ ਹਜ਼ਾਰਾਂ ਹੀ ਸੋਹਣੇ ਪੈਰ ਹਨ। ਸਹਿਸ ਪਦ ਬਿਮਲ ਨਨ ਏਕ ਪਦ, ਇੱਥੇ ਆਪਾਂ ਥੋੜ੍ਹਾ ਵਿਸ਼ਰਾਮ ਦੇਣਾ ਹੈ। ਨਨ ਏਕ ਪਦ, ਤੇ ਜੇ ਨਿਰਗੁਣ ਸਰੂਪ ਦੀ ਗੱਲ ਕਰੀਏ ਤਾਂ ਤੇਰਾ ਕੋਈ ਪੈਰ ਨਹੀਂ। ਫਿਰ ਗੰਧ ਬਿਨ, ਇੱਥੇ ਰੁਕਣਾ ਹੈ। ਗੰਧ ਬਿਨ, ਹੇ ਵਾਹਿਗੁਰੂ ਤੂੰ ਨੱਕ ਤੋਂ ਬਿਨਾਂ ਹੈ। ਨਿਰਗੁਣ ਸਰੂਪ ਦੀ ਗੱਲ ਕਰੀਏ ਤੇਰਾ ਕੋਈ ਨੱਕ ਨਹੀਂ। ਸਹਿਸ ਤਵ ਗੰਧ ਏਵ ਚਲਤ ਮੋਹੀ, ਤੇ ਜੇ ਸਰਗੁਣ ਸਰੂਪ ਦੀ ਗੱਲ ਕਰੀਏ ਤਾਂ ਤੇਰੇ ਹਜ਼ਾਰਾਂ ਹੀ ਨੱਕ ਹਨ। ਏਵ ਚਲਤ ਮੋਹੀ, ਮਹਾਰਾਜ ਕਹਿੰਦੇ ਨੇ ਕਿ ਇਹ ਕੈਸੇ ਅਸਚਰਜ ਕੌਤਕ ਨੇ ਵਾਹਿਗੁਰੂ ਤੇਰੇ। ਤੂੰ ਅਨੇਕਤਾ ਦੀ ਤੇਰੀ ਗੱਲ ਕਰੀਏ, ਤੇਰੇ ਸਰਗੁਣ ਸਰੂਪ ਦੀ ਗੱਲ ਕਰੀਏ, ਤੇਰੀਆਂ ਹਜ਼ਾਰਾਂ ਹੀ ਅੱਖਾਂ ਨੇ, ਹਜ਼ਾਰਾਂ ਹੀ ਪੈਰ ਨੇ, ਹਜ਼ਾਰਾਂ ਹੀ ਸ਼ਕਲਾਂ ਨੇ, ਕਿਉਂਕਿ ਜੋ ਕੁਝ ਇਹ ਸੰਸਾਰ ਦਾ ਰੂਪ ਹੈ, ਜੋ ਢਾਂਚਾ ਸੰਸਾਰ ਦਾ ਹੈ, ਉਹ ਤੇਰਾ ਹੀ ਢਾਂਚਾ ਹੈ, ਉਹ ਤੇਰਾ ਹੀ ਸਰਗੁਣ, ਉਹ ਤੇਰਾ ਹੀ ਸਰੂਪ ਹੈ। ਸੰਸਾਰ ਤੇਰਾ ਹੀ ਤਾਂ ਸਰੂਪ ਹੈ। ਤੇ ਜੇ ਨਿਰਗੁਣ ਸਰੂਪ ਦੀ ਗੱਲ ਕਰੀਏ ਤੇਰੀ ਕੋਈ ਅੱਖ ਨਹੀਂ, ਤੇਰੇ ਕੋਈ ਪੈਰ ਨਹੀਂ, ਤੇਰੀ ਕੋਈ ਸ਼ਕਲ ਨਹੀਂ। ਕੈਸਾ ਅਸਚਰਜ ਕੌਤਕ ਹੈ। ਤੇ ਮਹਾਰਾਜ ਕਹਿੰਦੇ ਇਹਦੇ ਵਿੱਚ ਮੇਰੀ ਮੱਤ ਜਿਹੜੀ ਮੋਹਿਤ ਹੋ ਰਹੀ ਹੈ। ਸਭ ਮਹਿ ਜੋਤ ਜੋਤ ਹੈ ਸੋਏ। ਧੰਨ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਹਨ, ਸਾਰਿਆਂ ਦੇ ਵਿੱਚ ਇੱਕ ਜੋਤ ਵਰਤ ਰਹੀ ਹੈ, ਔਰ ਉਹ ਜੋਤ ਪਰਮਾਤਮਾ ਦੀ ਵਰਤ ਰਹੀ ਹੈ। ਪਰਮਾਤਮਾ ਹੀ ਹਰ ਕਿਸੇ ਦੇ ਵਿੱਚ ਵਰਤ ਰਿਹਾ ਹੈ। ਜਿਸ ਮਨੁੱਖ ਦੀ ਗੱਲ ਕਰੀਏ, ਜੀਵਾਂ ਦੀ ਗੱਲ ਕਰੀਏ, ਇਸ ਕੁਦਰਤ ਦੇ ਵਿੱਚ ਜੋ ਵੀ ਕੁਝ ਪਸਰਿਆ ਹੋਇਆ ਹੈ, ਹਰ ਇੱਕ ਦੇ ਵਿੱਚ ਉਹ ਪਰਮਾਤਮਾ ਰੂਪੀ ਜੋਤ ਵਰਤ ਰਹੀ ਹੈ। ਇਸੇ ਕਰਕੇ ਜਦੋਂ ਅਸੀਂ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਪ੍ਰਾਰੰਭਤਾ ਹੁੰਦੀ ਹੈ ਤੇ ਮੂਲ ਮੰਤਰ ਤੋਂ ਹੁੰਦੀ ਹੈ, ਔਰ ਮੂਲ ਮੰਤਰ ਦੇ ਵਿੱਚ ਇੱਕ ਬੜਾ ਪਿਆਰਾ ਬਚਨ ਹੈ, ਕਰਤਾ ਪੁਰਖ। ਕਰਤਾ ਦਾ ਅਰਥ ਹੈ ਕਿ ਵਾਹਿਗੁਰੂ ਜੀ ਨੇ ਹਰ ਕਿਸੇ ਨੂੰ ਬਣਾਇਆ ਹੈ, ਤੇ ਪੁਰਖ ਦਾ ਅਰਥ ਹੈ ਜਿਹੜੀ ਵੀ ਚੀਜ਼ ਬਣਾਈ ਉਹਦੇ ਵਿੱਚ ਉਹ ਟਿਕਿਆ ਹੋਇਆ ਹੈ। ਤੋ ਮਹਾਰਾਜ ਇੱਥੇ ਵੀ ਬਖਸ਼ਿਸ਼ ਕਰਦੇ ਹਨ, ਸਭ ਮਹਿ ਜੋਤ ਜੋਤ ਹੈ ਸੋਏ। ਕੁਦਰਤ ਦੇ ਹਰ ਜੀਵ ਦੇ ਵਿੱਚ ਇੱਕ ਜੋਤ ਹੈ, ਔਰ ਉਹ ਜੋਤ ਪਰਮਾਤਮਾ ਦੀ ਹੈ। ਪਰਮਾਤਮਾ ਹਰ ਕਿਸੇ ਵਿੱਚ ਵਰਤਦਾ ਪਿਆ ਹੈ ਜੀ। ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਤੇ ਮਹਾਰਾਜ ਕਹਿੰਦੇ ਉਸ ਜੋਤ ਕਰਕੇ, ਉਸ ਜੋਤ ਦੇ ਪ੍ਰਕਾਸ਼ ਕਰਕੇ ਹੀ ਹਰ ਕਿਸੇ ਵਿੱਚ ਪ੍ਰਕਾਸ਼ ਹੋ ਰਿਹਾ ਹੈ। ਇਹ ਕੁਦਰਤ ਤਾਂ ਚੱਲ ਰਹੀ ਹੈ ਕਿਉਂਕਿ ਪਰਮਾਤਮਾ ਸਾਡੇ ਅੰਦਰ ਟਿਕਿਆ ਹੋਇਆ ਹੈ। ਤੇ ਜੇ ਪਰਮਾਤਮਾ ਨਿਕਲ ਗਿਆ ਅਸੀਂ ਖਤਮ ਹੈ। ਹੁਣ ਜਿਹੜੇ ਕਹਿੰਦੇ ਵੀ ਇਹ ਕੁਦਰਤ ਹੀ ਹੈ ਸਾਰਾ ਕੁਝ, ਰੱਬ ਹੈ ਹੀ ਨਹੀਂ, ਤੇ ਮਹਾਰਾਜ ਤਾਂ ਉਹਨਾਂ ਨੂੰ ਸਪਸ਼ਟ ਕਰਦੇ ਪਏ, ਭਾਈ ਉਹ ਪਰਮਾਤਮਾ ਰੂਪੀ ਜੋਤ ਜੇ ਸਾਡੇ ਅੰਦਰ ਟਿਕੀ ਹੈ ਤੇ ਅਸੀਂ ਚੱਲ ਰਹੇ ਹਾਂ। ਜਿਸ ਦਿਨ ਉਸ ਪਰਮਾਤਮਾ ਨੂੰ ਤੁਸੀਂ ਵੱਖ ਕਰ ਦੋਗੇ, ਕੁਦਰਤ ਖਤਮ ਹੈ। ਕੁਦਰਤ ਦਾ ਵਜੂਦ ਵੀ ਕੀ ਹੈ ਫਿਰ। ਮਹਾਰਾਜ ਕਹਿੰਦੇ ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ। ਉਸ ਜੋਤ ਦੇ ਪ੍ਰਕਾਸ਼ ਕਰਕੇ ਸਭ ਮਹਿ ਚਾਨਣ ਹੋਏ, ਹਰ ਕਿਸੇ ਦੇ ਅੰਦਰ ਪ੍ਰਕਾਸ਼ ਹੋ ਰਿਹਾ ਹੈ। ਇਹ ਕੁਦਰਤ ਚੱਲ ਹੀ ਉਹਦੀ ਤਾਕਤ ਕਰਕੇ ਰਹੀ ਹੈ, ਉਹਦੀ ਤਾਕਤ ਵਰਤ ਰਹੀ ਹੈ, ਇਹ ਕੁਦਰਤ ਚੱਲ ਰਹੀ ਹੈ ਜੀ। ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ। ਹੁਣ ਉਹ ਜੋਤ ਤਾਂ ਹੈ, ਹੁਣ ਤੁਸੀਂ ਕਹੋ ਸਾਨੂੰ ਜੋਤ ਵੀ ਨਹੀਂ ਦਿਖਦੀ, ਕਿਉਂਕਿ ਨਾਸਤਕ ਬੰਦਿਆਂ ਦਾ ਸਭ ਤੋਂ ਵੱਡਾ ਤਰਕ ਹੀ ਇਹ ਆ ਵੀ ਦਿਖਾਓ ਰੱਬ। ਤੇ ਜੇ ਕਿਸੇ ਦਾ ਚੈਲੰਜ ਪੂਰਾ ਕਰਨ ਲਈ ਹੀ ਰੱਬ ਦਿਖਾ ਦਿੰਦੇ ਹੁੰਦੇ, ਫਿਰ ਤਾਂ ਰੱਬ ਖਿਡੌਣਾ ਹੋਇਆ ਨਾ, ਫਿਰ ਤਾਂ ਰੱਬ ਸਾਡਾ ਗੁਲਾਮ ਹੋਇਆ। ਪਰ ਨਹੀਂ, ਰੱਬ ਵਿਸ਼ਾਲ ਹੈ, ਉਹ ਸਾਡੀ ਬੁੱਧੀ ਦੀ ਪਕੜ ਵਿੱਚ ਨਹੀਂ ਆਉਂਦਾ। ਉਹ ਜੋਤ ਇਸ ਤਰ੍ਹਾਂ ਨਹੀਂ ਦਿਖਦੀ। ਕਿਵੇਂ ਦਿਖਦੀ ਹੈ? ਮਹਾਰਾਜ ਕਹਿੰਦੇ ਗੁਰ ਸਾਖੀ, ਗੁਰੂ ਦੀ ਸਿੱਖਿਆ ਤੇ ਚੱਲਣ ਦੇ ਨਾਲ ਹੀ ਉਹ ਜੋਤ ਪ੍ਰਗਟ ਹੋ ਜਾਂਦੀ ਹੈ। ਪ੍ਰਗਟ ਰੂਪ ਦੇ ਵਿੱਚ ਅਸੀਂ ਮਹਿਸੂਸ ਕਰ ਲੈਂਦੇ ਹਾਂ। ਹੁਣ ਇਹਦਾ ਅਰਥ ਸਮਝਿਓ, ਜੋਤ ਤਾਂ ਹੈ, ਭਾਵੇਂ ਕਿਸੇ ਨੂੰ ਉਸ ਜੋਤ ਮਹਿਸੂਸ ਨਹੀਂ ਕਰ ਪਾ ਰਿਹਾ, ਇਹਦਾ ਇਹ ਮਤਲਬ ਨਹੀਂ ਵੀ ਜੋਤ ਹੈ ਨਹੀਂ। ਮੰਨ ਲਓ ਕੋਈ ਰੱਬ ਦੀ ਹੋਂਦ ਨੂੰ ਸਵੀਕਾਰ ਨਹੀਂ ਕਰ ਰਿਹਾ ਜਾਂ ਉਹਨੂੰ ਮਹਿਸੂਸ ਨਹੀਂ ਕਰ ਰਿਹਾ, ਇਹਦਾ ਇਹ ਮਤਲਬ ਨਹੀਂ ਵੀ ਉਹ ਰੱਬ ਹੈਗਾ ਨਹੀਂਗਾ, ਬਸ ਪ੍ਰਗਟ ਰੂਪ 'ਚ ਨਹੀਂ ਹੈਗਾ। ਸੌਖੀ ਜੀ ਉਦਾਹਰਨ ਸਮਝੀਏ, ਜਿਵੇਂ ਹਰ ਲੱਕੜ ਦੇ ਵਿੱਚ ਅੱਗ ਹੁੰਦੀ ਹੈ ਸਾਧ ਸੰਗਤ, ਤਾਂ ਹੀ ਤਾਂ ਜਦੋਂ ਬਾਹਰੋਂ ਤੀਲੀ ਲਾਉਂਦੇ ਫੇਰ ਹੀ ਅੱਗ ਬਲਦੀ ਹੈ ਨਾ, ਪਾਣੀ ਨੂੰ ਅੱਗ ਉਂਝ ਕਿਉਂ ਨਹੀਂ ਲੱਗ ਜਾਂਦੀ। ਤੋ ਮਹਾਰਾਜ ਕਹਿੰਦੇ ਤੁਸੀਂ ਦੇਖੋ,
ਇੱਕ ਲੱਕੜ ਦੇ ਵਿੱਚ ਅੱਗ ਹੈ ਪਰ ਦਿਖਦੀ ਨਹੀਂ, ਪਰ ਜਦੋਂ ਹੀ ਅਸੀਂ ਬਾਹਰੋਂ ਤੀਲੀ ਲਾਉਂਦੇ ਆ, ਜਿਹੜੀ ਅੱਗ ਅੰਦਰ ਗੁਪਤ ਰੂਪ ਵਿੱਚ ਹੁੰਦੀ ਉਹ ਬਾਹਰ ਪ੍ਰਗਟ ਹੋ ਜਾਂਦੀ ਹੈ। ਹੁਣ ਗੁਪਤ ਤੇ ਪ੍ਰਗਟ ਦਾ ਸਿਧਾਂਤ ਸਮਝ ਲੱਗ ਗਿਆ ਨਾ। ਇਸੇ ਪ੍ਰਕਾਰ ਪਰਮਾਤਮਾ ਜਿਹੜਾ ਹੈ ਉਹ ਸੂਖਮ ਰੂਪ ਦੇ ਵਿੱਚ ਹਰ ਕਿਸੇ ਦੇ ਅੰਦਰ ਮੌਜੂਦ ਹੈ, ਪਰ ਜਦੋਂ ਮਨੁੱਖ ਗੁਰੂ ਦੀ ਸਿੱਖਿਆ ਤੇ ਚੱਲਦਾ ਹੈ ਉਹ ਫਿਰ ਪਰਮਾਤਮਾ ਉਹਦੇ ਅੰਦਰ ਪ੍ਰਗਟ ਸਰੂਪ ਦੇ ਵਿੱਚ ਵਰਤਣ ਲੱਗ ਪੈਂਦਾ ਹੈ। ਫਿਰ ਮਿਲੇ ਪ੍ਰਤੱਖ ਗੁਸਾਈਆਂ ਵਾਲੀ ਗੱਲ ਬਣ ਜਾਂਦੀ ਹੈ। ਮਹਾਰਾਜ ਕਹਿੰਦੇ ਇਹ ਜੋਤ ਤਾਂ ਹੈ ਹਰ ਕਿਸੇ ਦੇ ਅੰਦਰ, ਪਰ ਜੋ ਵੀ ਗੁਰੂ ਦੀ ਸਿੱਖਿਆ ਤੇ ਚੱਲਦਾ ਹੈ ਉਹਦੇ ਅੰਦਰ ਉਹ ਜੋਤ ਪ੍ਰਗਟ ਹੋ ਜਾਂਦੀ ਹੈ। ਕਿਸੇ ਨੇ ਅਰਥ ਇੱਥੇ ਗੁਰਸਾਖੀ ਦਾ, ਸਾਖੀ ਦਾ ਅਰਥ ਗਵਾਹੀ ਵੀ ਕੀਤਾ ਕਿ ਗੁਰੂ ਦੀ ਗਵਾਹੀ ਦੇ ਨਾਲ, ਗੁਰੂ ਜਦੋਂ ਗਵਾਹੀ ਭਰਦਾ, ਗੁਰੂ ਕਿਰਪਾ ਕਰਦਾ, ਫਿਰ ਉਦੋਂ ਜੋਤ ਪ੍ਰਗਟ ਹੋ ਜਾਂਦੀ ਹੈ। ਤਾਂ ਗੁਰੂ ਦੀ ਰਹਿਮਤ ਦੇ ਨਾਲ ਹੀ ਇਹ ਜੋਤ ਪ੍ਰਗਟ ਹੋਣੀ ਹੈ। ਇਹ ਸਤਿਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਹਨ ਜੀ। ਜੋ ਤਿਸ ਭਾਵੈ ਸੋ ਆਰਤੀ ਹੋਏ। ਮਹਾਰਾਜ ਕਹਿੰਦੇ ਜੋ ਉਸ ਵਾਹਿਗੁਰੂ ਜੀ ਨੂੰ ਭਾਉਂਦਾ ਹੈ ਨਾ ਉਹੀ ਆਰਤੀ ਹੈ। ਹੁਣ ਅਸੀਂ ਉਂਝ ਥਾਲ ਫੜ ਕੇ ਕਿਸੇ ਮੂਰਤੀ ਅੱਗੇ ਘੁਮਾਈ ਜਾਈਏ, ਇਹਨੂੰ ਸਮਝੀ ਆਰਤੀ ਹੈ, ਤੇ ਬਾਹਰ ਜਾ ਕੇ ਕਿਸੇ ਗਰੀਬ ਦੇ ਨਾਲ ਧੱਕਾ ਕਰਦੇ ਆ, ਮਹਾਰਾਜ ਨੂੰ ਇਹ ਕਰਮ ਭਾਉਂਦਾ ਹੀ ਨਹੀਂ, ਤੇ ਇਹ ਆਰਤੀ ਪ੍ਰਵਾਨ ਵੀ ਕਿਵੇਂ ਹੋਵੇਗੀ। ਸੋ ਮਹਾਰਾਜ ਕਹਿੰਦੇ ਜੋ ਵਾਹਿਗੁਰੂ ਨੂੰ ਭਾਉਂਦਾ ਹੈ ਨਾ ਉਹੀ ਆਰਤੀ ਹੈ ਅਸਲ ਦੇ ਵਿੱਚ। ਜਾਂ ਇਹਦੇ ਅਰਥ ਇਹ ਵੀ ਕੀਤੇ ਆ ਵੀ ਜੋ ਕੁਝ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ ਉਹੀ ਜੇ ਸਾਨੂੰ ਚੰਗਾ ਲੱਗਣ ਲੱਗ ਪਵੇ, ਇਹੀ ਅਸਲ ਦੇ ਵਿੱਚ ਪਰਮਾਤਮਾ ਦੀ ਆਰਤੀ ਕਰਨਾ ਹੈ। ਇੱਕ ਥਾਂ ਮਹਾਰਾਜ ਨੇ ਗੁਰਬਾਣੀ ਵਿੱਚ ਬਚਨ ਵੀ ਕੀਤਾ ਹੈ, ਤੁਸੀਂ ਦੇਖੋ ਅਸੀਂ ਬੰਦਗੀ ਕਰਨੀ ਚਾਹੁੰਦੇ ਆ, ਭਗਤੀ ਕਰਨੀ ਚਾਹੁੰਦੇ ਆ, ਜਿਸ ਦਿਨ ਭਗਤੀ ਸਾਡੀ ਮੁਕੰਮਲ ਹੋਵੇਗੀ, ਜਿਸ ਦਿਨ ਭਗਤੀ ਸਾਡੀ ਸਫਲ ਹੋਏਗੀ, ਉਸ ਦਿਨ ਅਸਲ ਦੇ ਵਿੱਚ ਅਸੀਂ ਸਮਝੋ ਵੀ ਇੱਕ ਸਹੀ ਟਿਕਾਣੇ 'ਤੇ ਪਹੁੰਚੇ ਆ। ਮਹਾਰਾਜ ਕਹਿੰਦੇ ਸਿਫਤ ਸਾਲਾਹਨ ਤੇਰਾ ਹੁਕਮ ਰਜਾਏ। ਅਸੀਂ ਉਸ ਵਾਹਿਗੁਰੂ ਦੀ ਸਿਫਤ ਕਰਨੀ ਚਾਹੁੰਦੇ ਆ, ਆਰਤੀ ਉਤਾਰਨੀ ਚਾਹੁੰਦੇ ਆ। ਮਹਾਰਾਜ ਕਹਿੰਦੇ ਉਹਦੀ ਸਿਫਤ ਕਰਨੀ ਪਤਾ ਕੀ ਆ, ਉਹਦੇ ਹੁਕਮ ਨੂੰ ਮੰਨ ਲੈ। ਜੋ ਕੁਝ ਹੋ ਰਿਹਾ ਉਹਨੂੰ ਸੱਤ ਕਰਕੇ ਮੰਨ ਲੈ, ਇਹੀ ਉਹਦੀ ਸਿਫਤ ਕਰਨਾ ਹੈ। ਹੁਣ ਉਂਝ ਕੋਈ ਕਹੀ ਜਾਵੇ ਬਾਪੂ ਜੀ ਬਾਪੂ ਜੀ ਬਾਪੂ ਜੀ, ਰੋਜ਼ ਜਾਪ ਕਰੇ ਬਾਪੂ ਜੀ ਪਿਤਾ ਜੀ ਪਿਤਾ ਜੀ ਪਿਤਾ ਜੀ ਜਾਪ ਕਰਦਾ ਰਵੇ, ਤੇ ਪਿਤਾ ਇੱਕ ਦਿਨ ਕਵੇ ਜਾ ਪੁੱਤ ਪਾਣੀ ਲਿਆ, ਤੇ ਕਵੇ ਜੀ ਵੀ ਜਾ ਤੂੰ ਆਪਦਾ ਕੰਮ ਕਰ, ਮੈਂ ਨਹੀਂ ਪਾਣੀ ਦੇਣਾ। ਉਂਝ ਪਿਤਾ ਜੀ ਪਿਤਾ ਜੀ ਪਿਤਾ ਜੀ ਕਹਿ ਰਿਹਾ, ਪਰ ਜੋ ਪਿਤਾ ਕਹਿ ਰਿਹਾ ਉਹ ਮੰਨਣਾ ਨਹੀਂ। ਹੁਣ ਇਹਨੂੰ ਅਦਬ ਦੇਣਾ ਕਹਾਂਗੇ ਆਪਾਂ, ਇਹਨੂੰ ਇਹ ਕਹਾਂਗੇ ਵੀ ਇਹ ਸਤਿਕਾਰ ਕੀਤਾ ਜਾ ਰਿਹਾ। ਇਸੇ ਤਰ੍ਹਾਂ ਕੋਈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਹੀ ਜਾਵੇ, ਪਰ ਜੋ ਵਾਹਿਗੁਰੂ ਕਰ ਰਿਹਾ ਉਹ ਸਾਨੂੰ ਚੰਗਾ ਹੀ ਨਹੀਂ ਲੱਗ ਰਿਹਾ, ਇਹ ਬੰਦਗੀ ਥੋੜ੍ਹਾ ਹੋਈ। ਫਿਰ ਸਾਧ ਸੰਗਤ ਸਿਖਰ ਦੀ ਬੰਦਗੀ ਹੀ ਇਹੀ ਹੈ ਕਿ ਜੋ ਕੁਝ ਵਰਤ ਰਿਹਾ ਉਹਨੂੰ ਚੰਗਾ ਲੱਗਣ ਲੱਗ ਪਵੇ। ਜੋ ਕੁਝ ਵਾਹਿਗੁਰੂ ਕਰ ਰਿਹਾ, ਜੋ ਵਾਹਿਗੁਰੂ ਨੂੰ ਚੰਗਾ ਲੱਗ ਰਿਹਾ ਹੈ, ਜਿਸ ਦਿਨ ਉਹ ਸਾਨੂੰ ਵੀ ਚੰਗਾ ਲੱਗਣ ਲੱਗ ਪਿਆ, ਸਮਝੋ ਅਸੀਂ ਉਹਦੀ ਬੰਦਗੀ ਕਰਨ ਲੱਗ ਗਏ, ਸਮਝੋ ਅਸੀਂ ਉਹਦੀ ਸਿਫਤ ਕਰਨ ਲੱਗ ਗਏ, ਸਮਝੋ ਉਦਣ ਅਸੀਂ ਉਹਦੀ ਆਰਤੀ ਕਰਨ ਲੱਗ ਪਏ। ਮਹਾਰਾਜ ਕਹਿੰਦੇ ਨੇ ਜੋ ਤਿਸ ਭਾਵੈ ਸੋ ਆਰਤੀ ਹੋਏ। ਜੋ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ ਨਾ ਸਾਧ ਸੰਗਤ, ਉਹੀ ਅਸਲ ਦੇ ਵਿੱਚ ਆਰਤੀ ਪ੍ਰਵਾਨ ਹੈ ਜੀ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹਿ ਆਹੀ ਪਿਆਸਾ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਮਨੋ ਤੇ ਵਿਸ਼ਰਾਮ, ਅਨ ਦਿਨੋ ਮੋਹਿ ਆਹੀ ਪਿਆਸਾ। ਮਹਾਰਾਜ ਕਹਿੰਦੇ ਹਰ ਚਰਨ ਕਵਲ, ਜੋ ਪਰਮਾਤਮਾ ਦੇ ਚਰਨ ਰੂਪੀ ਕਮਲ ਦੀ ਜਿਹੜੀ ਰਸ ਹੈ ਸਾਧ ਸੰਗਤ, ਮਹਾਰਾਜ ਕਹਿੰਦੇ ਮੇਰਾ ਮਨ ਉਹਦੇ ਲਈ ਲਲਚਾ ਰਿਹਾ ਹੈ। ਮੇਰਾ ਮਨ ਉਹਦੇ ਚਰਨਾਂ ਰੂਪੀ ਜਿਹੜਾ ਰਸ ਹੈ ਨਾ ਸਾਧ ਸੰਗਤ, ਚਰਨਾਂ ਰੂਪੀ ਜਿਹੜਾ ਕਵਲ ਦਾ ਰਸ ਹੈ, ਉਹ ਉਸ ਰਸ ਵਾਸਤੇ ਮੇਰਾ ਮਨ ਲਲਚਾਉਂਦਾ ਪਿਆ ਹੈ। ਮਹਾਰਾਜ ਕਹਿੰਦੇ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਣਦਿਨੋ ਮੋਹਿ ਆਹੀ ਪਿਆਸਾ। ਆਏ ਦਿਨ ਮੇਰਾ ਮਨ ਇਹ ਮੇਰੇ ਮਨ ਨੂੰ ਇਹ ਪਿਆਸ ਲੱਗੀ ਰਹਿੰਦੀ ਹੈ ਕਿ ਮੈਨੂੰ ਵਾਹਿਗੁਰੂ ਦੇ ਨਾਮ ਦਾ ਰਸ ਆ ਜਾਵੇ। ਮਹਾਰਾਜ ਕਹਿੰਦੇ ਇਹ ਆਏ ਦਿਨ ਪਿਆਸ ਲੱਗੀ ਰਹਿੰਦੀ ਹੈ ਜੀ। ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਏ ਵਾਸਾ। ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਏ ਵਾਸਾ। ਮਹਾਰਾਜ ਕਹਿੰਦੇ ਇਸ ਨਾਨਕ ਸਾਰੰਗ ਨੂੰ, ਇਸ ਨਾਨਕ ਬਬੀਹੇ ਨੂੰ ਵਾਹਿਗੁਰੂ ਜੀ ਤੂੰ ਆਪਣੀ ਕਿਰਪਾ ਦਾ ਜਲ ਦੇ, ਤਾਂ ਕਿ ਮੈਂ ਤੇਰੇ ਨਾਮ ਵਿੱਚ ਸਮਾ ਸਕਾਂ, ਤੇਰੇ ਨਾਮ ਵਿੱਚ ਹੀ ਮੇਰਾ ਵਾਸਾ ਹੋ ਜਾਵੇ, ਤੇਰੇ ਨਾਮ ਵਿੱਚ ਮੈਂ ਟਿਕ ਜਾਵਾਂ, ਐਸੀ ਤੂੰ ਰਹਿਮਤ ਕਰ। ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਏ ਵਾਸਾ। ਸਤਿਗੁਰੂ ਰਹਿਮਤ ਕਰਨ। ਅਸੀਂ ਵੀ ਕਿਤੇ ਇਹ ਅਰਦਾਸ ਕਰੀਏ, ਸਤਿਗੁਰੂ ਸਾਡੀ ਸੁਰਤ ਆਪ ਜੀ ਦੇ ਚਰਨਾਂ 'ਤੇ ਟਿਕਾਓ, ਸਾਨੂੰ ਵੀ ਆਪ ਜੀ ਦੀ ਕਿਰਪਾ ਰੂਪੀ ਜਲ ਬਖਸ਼ੋ, ਸਾਨੂੰ ਵੀ ਸਾਡੀ ਸੁਰਤ ਵੀ ਉਸ ਆਰਤੀ ਤੱਕ ਪਹੁੰਚਾ ਦਿਓ, ਤਾਂ ਕਿ ਅਸੀਂ
ਸਦਾ ਹੀ ਆਪ ਜੀ ਦੀ ਯਾਦ ਵਿੱਚ ਜੁੜ ਸਕੀਏ, ਅਸਲ ਬੰਦਗੀ ਤੁਹਾਡੀ ਕਰ ਸਕੀਏ। ਤੋ ਇਹ ਬਚਨ ਦੀ ਵਿਚਾਰ ਕੀਤੀ ਹੈ ਸਾਧ ਸੰਗਤ। ਸੋਹਲਾ ਸਾਹਿਬ ਦੇ 2 ਬਚਨ ਹੋਰ ਹਨ ਜਿਨ੍ਹਾਂ ਦੀ ਵਿਚਾਰ ਆਪਾਂ ਅਗਲੇ ਸਮਾਗਮ ਦੇ ਵਿੱਚ ਕਰਾਂਗੇ। ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਸਤਿਗੁਰੂ ਬਖਸ਼ਿੰਦ ਹਨ, ਬਖਸ਼ ਲੈਣਾ ਜੀ। ਆਓ ਆਖਰੀ 2 ਤੁਕਾਂ ਪੜ੍ਹ ਕੇ ਫਿਰ ਫਤਿਹ ਦੇ ਵਿੱਚ ਹਾਜ਼ਰੀ ਭਰੀਏ ਜੀ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਣ ਦਿਨੋ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰਿੰਗ ਕਉ, ਹੋਇ ਜਾਤੇ ਤੇਰੇ ਨਾਇ ਵਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।